ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਅੱਜ ਆਪਾਂ ਦੇਖਣ ਜਾ ਰਹੇ ਹਾਂ ਇਸ ਟੌਪਿਕ ਤੇ ਕਿ ਕੀ ਅਸੀਂ ਸਾਲਵੇਸ਼ਨ ਗਵਾ ਸਕਦੇ ਹਾਂ। ਬਹੁਤ ਆਪਾਂ ਜਿਹੜੇ ਕਈ ਬਹੁਤ ਪੱਕੇ ਮਸੀਹ ਵੀ ਹੈਗੇ ਆ, ਕਈ ਵਾਰੀ ਮਨਾਂ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਵੀ ਕਿਤੇ, ਕਿਉਂਕਿ ਸਾਡਾ ਸੁਭਾਅ ਜਿਹੜਾ ਹੈਗਾ, ਮਨੁੱਖੀ ਸੁਭਾਅ ਜਿਹੜਾ ਹੈਗਾ ਵੈ, ਉਹ ਇਦਾਂ ਦਾ ਵੈ ਕਿ ਅਸੀਂ ਪੂਰਨ ਨਹੀਂ ਹੋ ਸਕਦੇ। ਤੇ ਇਹ ਕੁਐਸਚਨ ਆਮ ਹੀ ਇਹ ਮਨਾਂ 'ਚ ਆ ਜਾਂਦਾ। ਮੇਰੇ ਮਨ ਦੇ ਵਿੱਚ ਬਹੁਤ ਆਉਂਦਾ ਹੁੰਦਾ ਸੀ ਤੇ ਮੈਨੂੰ ਮੇਰੇ ਇਸ ਕੁਐਸਚਨ ਦਾ ਜਵਾਬ ਜਿਹੜਾ ਹੈਗਾ ਵੈ, ਮੈਨੂੰ ਉੱਥੋਂ ਮਿਲਿਆ ਸੀਗਾ। ਆਪਾਂ ਕੈਂਪਿੰਗ ਤੇ ਗਏ ਸੀਗੇ, ਜਿਹੜਾ ਆਪਾਂ ਜਾਂਦੇ ਹੁੰਦੇ ਸੀ ਰੈਡ ਡੀਅਰ ਕੋ। ਤੇ ਨਹੀਂ ਤਾਂ ਮੇਰੇ ਮਨ 'ਚ ਕੋਈ ਖੁਸ਼ੀ ਹੁੰਦੀ ਸੀ, ਪਰ ਇੱਕ ਡਰ ਦੇ ਨਾਲ ਖੁਸ਼ੀ ਹੁੰਦੀ ਸੀਗੀ ਵੀ ਕਦੇ ਕਦੇ ਮਨ ਦੇ ਵਿੱਚ ਏਦਾਂ ਆ ਜਾਂਦਾ ਸੀ ਕਿਤੇ ਸਾਡੇ ਕੰਮਾਂ ਦੇ ਕਰਕੇ ਅਸੀਂ ਆਪਣੀ ਸਾਲਵੇਸ਼ਨ ਗਵਾ ਤਾਂ ਨਹੀਂ ਦੇਵਾਂਗੇ। ਤੇ ਇਹੀ ਪਿਛਲੇ ਦਿਨ ਮੇਰੀ ਪਵਨ ਦੀਦੀ ਨਾਲ ਗੱਲ ਹੁੰਦੀ ਪਈ ਸੀਗੀ ਤੇ ਇਸੇ ਟੌਪਿਕ ਤੇ ਅਸੀਂ ਗੱਲ ਕਰਦੇ ਪਏ ਸੀਗੇ ਕਿ ਪਵਨ ਦੀਦੀ ਕਹਿੰਦੇ ਮੇਰੇ ਵੀ ਮਨ ਦੇ ਵਿੱਚ ਏਦਾਂ ਹੋਇਆ, ਪਰ ਪਵਨ ਦੀਦੀ ਨੂੰ ਵੀ ਉਹਨਾਂ ਦਾ ਪਰਮੇਸ਼ਰ ਨੇ ਉੱਤਰ ਦਿੱਤਾ ਤੇ ਹੁਣ ਉਹ ਵੀ ਇਸ ਗੱਲ ਦੇ ਵਿੱਚ ਪੱਕਾ ਵਿਸ਼ਵਾਸ ਰੱਖਦੇ ਪਏ ਆ ਕਿ ਅਸੀਂ ਆਪਣੀ ਸਾਲਵੇਸ਼ਨ, ਜਦੋਂ ਇੱਕ ਵਾਰੀ ਅਸੀਂ ਪਰਮੇਸ਼ਰ ਤੋਂ ਸਾਨੂੰ ਸਾਲਵੇਸ਼ਨ ਮਿਲ ਜਾਂਦੀ ਹੈ ਤਾਂ ਅਸੀਂ ਉਹ ਸਾਲਵੇਸ਼ਨ ਗਵਾਉਂਦੇ ਨਹੀਂ ਹੈਗੇ। ਸੋ ਚਲੋ ਆਪਾਂ ਇਸ ਟੌਪਿਕ ਦੇ ਉੱਤੇ ਅੱਜ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਵੇਂ ਆਪਾਂ ਗੱਲ ਕਰਦੇ ਵੀ ਸਾਨੂੰ ਸਵਰਗ ਦਾ ਵੀਜ਼ਾ ਜਿਹੜਾ ਹੈਗਾ ਮਿਲ ਗਿਆ ਵਾ, ਤੇ ਕਿਤੇ ਇਹ ਤਾਂ ਨਹੀਂ ਕਿ ਵੀ ਅਸੀਂ ਉੱਥੇ ਉਹਨੂੰ ਗਵਾ ਦੇਵਾਂਗੇ ਜਾਂ ਉੱਥੇ ਜਾ ਨਹੀਂ ਸਕਦੇ, ਜਾਂ ਜਿਵੇਂ ਕਹਿੰਦੇ ਆਪਾਂ ਮੁਕਤੀ, ਹਿੰਦੀ 'ਚ ਉਹਨੂੰ ਕਹਿੰਦੇ ਉਦਾਰ, ਜਾਂ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਕਹਿੰਦੇ ਸਾਲਵੇਸ਼ਨ, ਕਿਤੇ ਉਹਨੂੰ ਅਸੀਂ ਗਵਾ ਤਾਂ ਨਹੀਂ ਦੇਵਾਂਗੇ। ਤੇ ਹੁਣ ਆਪਾਂ ਇਹਦੇ ਵਿੱਚ 3 ਚੀਜ਼ਾਂ ਦੇਖਾਂਗੇ। ਪਹਿਲਾਂ ਦੇਖਾਂਗੇ ਸਾਲਵੇਸ਼ਨ ਹੈ ਕੀ, ਫਿਰ ਆਪਾਂ ਦੇਖਣਾ ਕਿ ਇਹ ਮਿਲਦੀ ਕਿੱਦਾਂ ਹੈਗੀ ਹੈ, ਫਿਰ ਆਪਾਂ ਕੁਛ ਇਹ ਵੀ ਦੇਖਾਂਗੇ ਕਿ ਵੀ ਅਸੀਂ ਕਿਉਂ ਨਹੀਂ ਇਹਨੂੰ ਗਵਾ ਸਕਦੇ ਜਦੋਂ ਆਪਾਂ ਨੂੰ ਇਹ ਮਿਲ ਜਾਂਦੀ ਹੈ। ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜਦੋਂ ਆਪਾਂ ਮੰਨਦੇ ਹਾਂ ਕਿ ਸਾਲਵੇਸ਼ਨ ਕੀ ਹੈਗੀ ਹੈ, ਆਪਾਂ ਮੰਨਦੇ ਹਾਂ ਕਿ ਅਸੀਂ ਪਾਪੀ ਹਾਂ। ਤੇ ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਅਸੀਂ ਪਾਪੀ ਹਾਂ, ਪਰ ਅਸੀਂ ਪਰਮੇਸ਼ਰ ਕੋਲ ਜਾਣਦੇ ਹਾਂ ਕਿ ਪ੍ਰਭੂ ਪਰਮੇਸ਼ਰ, ਅਸੀਂ ਪਾਪੀ ਹਾਂ, ਅਸੀਂ ਕਿਸੇ ਵੀ ਤਰ੍ਹਾਂ ਨਾਲ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ, ਅਸੀਂ ਸਾਡੇ ਵੱਸ ਦੀ ਗੱਲ ਨਹੀਂ ਰਹਿ ਗਈ। ਫਿਰ ਅਸੀਂ ਆਪਣੇ ਪਾਪਾਂ ਤੋਂ ਆਪਣਾ ਮਨ ਫੇਰ ਕੇ ਪ੍ਰਭੂ ਪਰਮੇਸ਼ਰ ਵੱਲ ਜਾਂਦੇ ਹਾਂ, ਉਹਦੇ ਕੋਲੋਂ ਮਾਫੀ ਮੰਗਦੇ ਹਾਂ, ਪਾਪਾਂ ਤੋਂ ਆਪਾਂ ਆਪਣਾ ਮੂੰਹ ਮੋੜਦੇ ਹਾਂ ਤੇ ਪ੍ਰਭੂ ਪਰਮੇਸ਼ਰ ਨੂੰ ਕਹਿੰਦੇ ਹਾਂ ਕਿ ਵੀ ਤੂੰ ਮੇਰਾ ਪੂਰਨ ਪਰਮੇਸ਼ਰ ਹੈ, ਤੂੰ ਹੀ ਮੈਨੂੰ ਮੁਕਤੀ ਦਵਾ ਸਕਦਾ ਹਾਂ। ਜਦੋਂ ਅਸੀਂ ਇਹ ਆਪਣੇ ਮੂੰਹ ਨਾਲ ਇਕਰਾਰ ਕਰਦੇ ਹਾਂ ਕਿ ਪ੍ਰਭੂ ਯਿਸੂ ਸਾਡੇ ਮੁਕਤੀ ਦਾਤਾ ਹੈ, ਉਹਨਾਂ ਨੇ ਸਾਡੇ ਲਈ ਸੂਲੀ ਦੇ ਉੱਤੇ ਜਾਨ ਦਿੱਤੀ ਹੈ, ਸਾਡੇ ਪਾਪ ਹੈ ਜਿਹੜੇ, ਉਹਦਾ ਜਿਹੜਾ ਹਰਜਾਨਾ ਹੈ ਉਹ ਮੌਤ ਹੈ, ਤੇ ਅਸੀਂ ਇਕਰਾਰ ਕਰਦੇ ਹਾਂ ਕਿ ਪ੍ਰਭੂ ਪਰਮੇਸ਼ਰ ਨੇ ਸਾਡੇ ਪਾਪਾਂ ਦੇ ਲਈ ਆਪਣੀ ਬਲੀ ਦੇ ਦਿੱਤੀ। ਤੇ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਤਾਂ ਪਰਮੇਸ਼ਰ ਸਾਨੂੰ ਉਸ ਪਾਪ ਤੋਂ ਸਾਫ਼ ਕਰਦਾ ਵਾ ਤੇ ਉਹ ਸਾਡੇ ਅੰਦਰ ਆਉਂਦਾ ਵਾ ਤੇ ਸਾਨੂੰ ਪਾਪਾਂ ਤੋਂ ਸਾਫ਼ ਕਰਦਾ, ਤੇ ਨਾਲ ਉਹ ਸਾਨੂੰ ਸਾਡੀ ਮੌਤ ਤੋਂ ਬਾਅਦ 'ਚ ਉਹ ਸਾਨੂੰ ਆਪਣੇ ਨਾਲ ਲੈ ਜਾਂਦਾ ਵਾ। ਇਹ ਹੈਗਾ ਮੁਕਤੀ। ਮੁਕਤੀ ਦਾ ਜਿਹੜਾ ਹੈਗਾ ਸ਼ੁਭ ਸਮਾਚਾਰ। ਸ਼ੁਭ ਸਮਾਚਾਰ ਆਪਾਂ ਦੇਖਦੇ ਹਾਂ ਜੌਨ 3:16 ਦੇ ਵਿੱਚ, ਆਪਾਂ ਜਿਹੜਾ ਆਮ ਪੜ੍ਹਦੇ ਹੈਗੇ ਆ ਕਿ ਪ੍ਰਭੂ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਸੰਸਾਰ ਨੂੰ ਦੇ ਦਿੱਤਾ ਤਾਂ ਕਿ ਅਸੀਂ ਨਾਸ਼ ਨਾ ਹੋਈਏ, ਅਸੀਂ ਅਨੰਤ ਜੀਵਨ ਪ੍ਰਾਪਤ ਕਰੀਏ। ਸੋ ਜੇ ਆਪਾਂ ਕਿਸੇ ਨੂੰ ਸ਼ੁਭ ਸਮਾਚਾਰ ਸੁਣਾਉਂਦੇ ਹਾਂ ਤਾਂ ਉਹਨੂੰ ਆਪਾਂ ਇਹ ਕਹਿੰਦੇ ਹਾਂ ਕਿ ਵੀ ਸਾਡੇ ਕੰਮਾਂ ਕਰਕੇ ਅਸੀਂ ਮੁਕਤੀ ਨਹੀਂ ਪਾ ਸਕਦੇ, ਕਿਉਂਕਿ ਸਾਡੇ ਕੰਮ ਜਿਹੜੇ ਹੈਗੇ ਆ ਉਹ ਨੇਮ ਸ਼ਾਸਤਰ ਦੇ ਅਨੁਸਾਰ, ਨੇਮ ਸ਼ਾਸਤਰ ਤੋਂ ਮੇਰਾ ਮਤਲਬ ਹੈ ਜਿਹੜੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਵਾ, ਅਸੀਂ ਉਹਦੇ ਅਨੁਸਾਰ ਅਸੀਂ ਉਹ ਕੰਮ ਨਹੀਂ ਕਰ ਸਕਦੇ, ਅਸੀਂ ਪੂਰੇ ਨਹੀਂ ਉਤਰ ਸਕਦੇ, ਕਿਉਂਕਿ ਜਿੰਨਾ ਮਰਜ਼ੀ ਅਸੀਂ ਚੰਗੇ ਤੋਂ ਚੰਗਾ ਕੰਮ ਕਰ ਲਈਏ, ਅਸੀਂ ਫਿਰ ਵੀ ਉਹਦੇ ਜਿਹੜਾ ਪਰਮੇਸ਼ਰ ਦਾ ਇੱਕ ਸਟੈਂਡਰਡ ਹੈਗਾ ਨਾ, ਅਸੀਂ ਉਹਦੇ ਉੱਤੇ ਨਹੀਂ ਉਤਰ ਸਕਦੇ, ਉੱਤੇ ਖਰੇ ਨਹੀਂ ਅਸੀਂ ਉਤਰ ਸਕਦੇ।
ਅਸੀਂ ਫਿਰ ਵੀ ਅਸੀਂ ਸਾਰਿਆਂ ਨੇ ਪਾਪ ਕੀਤਾ ਤੇ ਅਸੀਂ ਉਹਦੀ दैवी जोत ਤੋਂ ਖਾਲੀ ਹਾਂ। ਸੋ ਜੇ ਸਾਡੇ ਕੰਮਾਂ ਦੇ ਨਾਲ ਪ੍ਰਭੂ ਪਰਮੇਸ਼ਰ ਦਾ ਜਿਹੜਾ ਹੈਗਾ ਇਹ ਕੰਮਾਂ ਦੇ ਨਾਲ ਅਸੀਂ ਆਪਣੀ ਮੁਕਤੀ ਨਹੀਂ ਪਾ ਸਕਦੇ। ਤੇ ਜੇ ਅਸੀਂ ਕਿਸੇ ਨੂੰ ਇਹ ਸ਼ੁਭ ਸਮਾਚਾਰ ਸੁਣਾਈਏ ਕਿ ਹਾਂ ਠੀਕ ਹੈ, ਪ੍ਰਭੂ ਪਰਮੇਸ਼ਰ ਤੇ ਵਿਸ਼ਵਾਸ ਕਰ ਤੇ ਤੂੰ ਬਚਾਇਆ ਜਾਏਗਾ, ਤੈਨੂੰ ਮੁਕਤੀ ਮਿਲ ਜੂਗੀ, ਪ੍ਰਭੂ ਪਰਮੇਸ਼ਰ ਯਿਸੂ ਮਸੀਹ ਨੇ ਤੇਰੇ ਲਈ ਬਲੀ ਦਿੱਤੀ। ਪਰ ਜੇ ਆਪਾਂ ਉਹਨੂੰ ਨਾਲੇ ਕਹੀਏ ਕਿ ਤੇਰੀ ਜਿਹੜੀ ਵੀ ਜਿਹੜੀ ਮੁਕਤੀ ਹੈਗੀ ਹੈ ਇਹ ਗਵਾਚ ਵੀ ਸਕਦੀ ਹੈ, ਤੇ ਉਹ ਬੰਦਾ ਕਹੂਗਾ ਵੀ ਜੇ ਇਹ ਫਿਰ ਤਾਂ ਇਹ ਮੇਰੇ ਲਈ ਸ਼ੁਭ ਸਮਾਚਾਰ ਹੀ ਨਾ ਹੋਇਆ, ਕਿਉਂਕਿ ਕੰਮਾਂ ਕਰਕੇ ਹੀ ਤਾਂ ਮੈਂ ਪ੍ਰਭੂ ਪਰਮੇਸ਼ਰ ਕੋਲ ਆ ਰਿਹਾ ਵਾਂ, ਕੰਮਾਂ ਕਰਕੇ ਤਾਂ ਮੈਂ ਆਪਣੇ ਆਪ ਨੂੰ ਪੂਰਨ ਕਰ ਹੀ ਨਹੀਂ ਸਕਦਾ ਹੈਗਾ। ਤੇ ਜੇ ਉਹਨਾਂ ਦੇ ਕਰਕੇ ਹੀ ਮੇਰੀ ਮੁਕਤੀ ਜਿਹੜੀ ਹੈਗੀ ਹੈ ਵੀ ਮੈਨੂੰ ਨਹੀਂ ਇਹ ਮੈਂ ਗਵਾ ਸਕਦਾ ਵਾਂ, ਤੇ ਫਿਰ ਤਾਂ ਮੇਰਾ ਇੱਥੇ ਜਾਣ ਦਾ ਕੋਈ ਫਾਇਦਾ ਹੀ ਨਹੀਂ ਹੋਇਆ। ਸੋ ਆਪਾਂ ਨੂੰ ਇੱਥੋਂ ਪਤਾ ਲੱਗਦਾ ਕਿ ਵੀ ਪ੍ਰਭੂ ਪਰਮੇਸ਼ਰ ਯਿਸੂ ਮਸੀਹ ਨੂੰ ਜਦੋਂ ਅਸੀਂ ਮੰਨ ਲੈਂਦੇ ਹਾਂ ਤਾਂ ਉਹ ਸਾਡੇ ਤੇ ਉਹ ਕਿਰਪਾ ਕਰ ਦਿੰਦੇ ਹੈਗੇ ਆ, ਤੇ ਉਹ ਫਿਰ ਕੋਈ ਸ਼ਰਤਾਂ ਤੇ ਨਹੀਂ ਆਧਾਰਿਤ ਇਹ ਚੀਜ਼ ਰਹਿ ਜਾਂਦੀ ਹੈਗੀ। ਉਹ ਸਿਰਫ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਸੀਂ ਪ੍ਰਭੂ ਯਿਸੂ ਮਸੀਹ ਦੇ ਥੱਲੇ ਲੁਕ ਕੇ ਆਪਣੇ ਸਾਡੇ ਜਿਹੜੇ ਪਾਪ ਉਹ ਢੱਕ ਲੈਂਦਾ, ਤੇ ਜਦੋਂ ਅਸੀਂ ਪ੍ਰਭੂ ਪਰਮੇਸ਼ਰ ਦੇ ਸਾਹਮਣੇ ਜਾਵਾਂਗੇ ਤਾਂ ਸਾਨੂੰ ਉਹਨੇ ਪ੍ਰਭੂ ਯਿਸੂ ਮਸੀਹ ਦੇ ਥਰੂ ਦੇਖਣਾ ਵਾ, ਨਾ ਕਿ ਸਾਡੇ ਆਪਣੇ ਕੰਮਾਂ ਦੇ ਆਧਾਰ ਤੇ ਸਾਡਾ ਨਿਆਂ ਕਰਨਾ ਉਹਨੇ, ਤੇ ਉਹਨੇ ਸਿਰਫ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਦੇ ਕਾਰਨ ਸਾਡਾ ਨਿਆਂ ਕਰਨਾ ਹੈ। ਹੁਣ ਆਪਾਂ ਦੇਖਦੇ ਹਾਂ ਰੋਮਨਸ 3:28 ਥੋੜੇ ਜਿਹੇ ਦੇ ਵਿੱਚੋਂ। ਹਾਂਜੀ, ਕਿਉਂਕਿ ਅਸੀਂ ਮੰਨਦੇ ਹਾਂ, ਰੋਮਨਸ 3:28 ਦੇ ਵਿੱਚ ਲਿਖਿਆ, ਕਿਉਂਕਿ ਅਸੀਂ ਮੰਨਦੇ ਹਾਂ ਕਿ ਆਦਮੀ ਨੇਮ ਸ਼ਾਸਤਰ ਦੇ ਕੰਮਾਂ ਨਾਲ ਨਹੀਂ ਸਗੋਂ ਵਿਸ਼ਵਾਸ ਦੇ ਨਾਲ ਉਚਿਤ ਠਹਿਰਾਇਆ ਜਾਂਦਾ ਹੈ। ਸੋ ਸਾਡਾ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਤੇ ਹੈ ਕਿ ਉਹਨਾਂ ਨੇ ਸਾਡੇ ਲਈ ਜਾਨ ਦਿੱਤੀ, ਤੇ ਸਾਡੇ ਵਿਸ਼ਵਾਸ ਦੇ ਰਾਹੀਂ ਅਸੀਂ ਉਚਿਤ ਠਹਿਰਾਏ ਜਾਣੇ ਆ, ਨਾ ਕਿ ਸਾਡੇ ਕੰਮਾਂ ਕਰਕੇ। ਤੇ ਪ੍ਰਭੂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਵਾ, ਤੇ ਪ੍ਰਭੂ ਪਰਮੇਸ਼ਰ ਵੀ ਨਹੀਂ ਚਾਹੁੰਦਾ ਕਿ ਕੋਈ ਵੀ ਨਰਕ ਦੀ ਅੱਗ ਦੇ ਵਿੱਚ ਜਾਵੇ। ਪ੍ਰਭੂ ਪਰਮੇਸ਼ਰ ਨੂੰ ਕਿਹੜਾ ਨਹੀਂ ਪਤਾ ਸੀ ਜਦੋਂ ਪ੍ਰਭੂ ਪਰਮੇਸ਼ਰ ਨੇ ਐਡਮ ਤੇ ਈਵ ਨੂੰ ਬਣਾਇਆ ਕਿ ਉਹਨਾਂ ਨੇ ਪਾਪ ਨਹੀਂ ਕਰਨਾ ਸੀ। ਪ੍ਰਭੂ ਪਰਮੇਸ਼ਰ ਸਾਡੇ ਬਾਰੇ ਸ਼ੁਰੂ ਤੋਂ ਹੀ ਜਾਣਦਾ, ਉਹਨੇ ਤਾਂ ਸਾਨੂੰ ਬਣਾਇਆ, ਤੇ ਪ੍ਰਭੂ ਪਰਮੇਸ਼ਰ ਨੇ ਉਸ ਵੇਲੇ ਵੀ, ਪ੍ਰਭੂ ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਵੀ ਨਰਕ ਦੀ ਅੱਗ ਦੇ ਵਿੱਚ ਜਾਵੇ। ਪ੍ਰਭੂ ਪਰਮੇਸ਼ਰ ਚਾਹੁੰਦਾ ਕਿ ਹਰ ਇੱਕ ਜਾਨ ਬਚਾਈ ਜਾਵੇ। ਤੇ ਇਸੇ ਲਈ ਜਦੋਂ ਪਹਿਲਾ ਪਾਪ ਹੋਇਆ ਸੀਗਾ, ਐਡਮ ਤੇ ਈਵ ਨੇ ਕੀਤਾ, ਤਾਂ ਉਸ ਵੇਲੇ ਵੀ ਪ੍ਰਭੂ ਪਰਮੇਸ਼ਰ ਚਾਹੁੰਦੇ ਤਾਂ ਉਹਨਾਂ ਨੂੰ ਉਸੇ ਵੇਲੇ ਨਰਕਾਂ ਦੇ ਵਿੱਚ ਸੁੱਟ ਦਿੰਦੇ, ਪਰ ਪ੍ਰਭੂ ਪਰਮੇਸ਼ਰ ਨੇ ਉਸ ਵੇਲੇ ਵੀ ਬਲੀ ਦਿੱਤੀ ਤੇ ਉਹਨਾਂ ਦੇ, ਕਿਉਂਕਿ ਪਾਪ ਦੀ ਸਜ਼ਾ ਜਿਹੜੀ ਹੈਗੀ ਆ ਮੌਤ ਹੈਗੀ ਆ। ਤੇ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਸਾਡੀ ਉਹ ਸੰਪੂਰਨ ਬਲੀ ਹੈਗੀ ਆ। ਫਿਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਪਰਮੇਸ਼ਰ ਨੇ ਸਾਡੇ ਲਈ ਪਹਿਲਾਂ ਇਹ ਕੀਤਾ। ਅਸੀਂ 1 ਜੌਨ 4:19 ਦੇ ਵਿੱਚ ਦੇਖਦੇ ਹਾਂ, ਪਰਮੇਸ਼ਰ ਨੇ ਸਾਨੂੰ ਪਹਿਲਾਂ ਪਿਆਰ ਕੀਤਾ, ਇਸ ਲਈ ਅਸੀਂ ਵੀ ਪਿਆਰ ਕਰਦੇ ਹਾਂ। ਉਹਨੇ ਪਹਿਲਾਂ ਸਾਡੇ ਲਈ ਕਰੂਸ ਤੇ ਜਾਨ ਦਿੱਤੀ। ਪ੍ਰਭੂ ਪਰਮੇਸ਼ਰ ਨੇ ਸਾਡੇ ਲਈ ਉਹ ਕੁਝ ਕਰ ਦਿੱਤਾ ਜਿਹੜਾ ਕਿ ਅਸੀਂ ਨਹੀਂ ਕਰ ਸਕਦੇ ਸੀਗੇ। ਅਸੀਂ ਆਪਣੇ ਕੰਮਾਂ ਦੇ ਨਾਲ ਪਰਮੇਸ਼ਰ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਆਪਾਂ ਉਹ ਚੰਗੇ ਕੰਮ ਪਹਿਲਾਂ ਕਰਦੇ ਸੀ ਕਿ ਜਿਵੇਂ ਕਿ ਸਾਨੂੰ ਪਰਮੇਸ਼ਰ ਮਿਲ ਜੇ, ਤੇ ਪਰ ਹੁਣ ਜਿਹੜਾ ਹੈਗਾ ਵੈ, ਹੁਣ ਇਸ ਤੋਂ ਉਲਟਾ ਵੈ। ਹੁਣ ਕਿਉਂਕਿ ਸਾਨੂੰ ਪ੍ਰਭੂ ਪਰਮੇਸ਼ਰ ਮਿਲ ਚੁੱਕਿਆ ਵੈ, ਅਸੀਂ ਇਸ ਲਈ ਚੰਗੇ ਕੰਮ ਕਰਦੇ ਹਾਂ। ਅਸੀਂ ਇਸ ਲਈ ਕਿਉਂਕਿ ਅਸੀਂ ਆਪਣੇ ਕੰਮਾਂ ਦੇ ਨਾਲ ਤਾਂ ਸਾਨੂੰ ਪਤਾ ਚੱਲ ਗਿਆ ਕਿ ਅਸੀਂ ਮੁਕਤੀ ਨਹੀਂ ਪਾ ਸਕਦੇਗੇ, ਤੇ ਜੇ ਅਸੀਂ ਕੰਮਾਂ ਕਰਕੇ ਮੁਕਤੀ ਨਹੀਂ ਨਾ ਪਾ ਸਕਦੇਗੇ ਤਾਂ ਅਸੀਂ ਆਪਣੇ ਕੰਮਾਂ ਕਰਕੇ ਮੁਕਤੀ ਗਵਾ ਵੀ ਨਹੀਂ ਸਕਦੇ ਹੈਗੇ। ਹਾਂ, ਇਹ ਹੋਰ ਗੱਲ ਹੈ ਕਿ ਜਦੋਂ ਜਿਹੜੇ ਸਾਡੇ ਕੰਮ ਹੈਗੇ ਆ, ਕਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਪਰਮੇਸ਼ਰ ਨੂੰ ਨਹੀਂ ਚੰਗੀਆਂ ਲੱਗਦੀਆਂ, ਇਹ ਨਹੀਂ ਕਿ ਉਹ ਸਾਨੂੰ ਦੰਡ ਨਹੀਂ ਦਿੰਦਾ ਹੈਗਾ, ਉਹਦੇ ਲਈ ਸਾਨੂੰ ਉਹ ਦੰਡ ਦਿੰਦਾ ਵਾ, ਪਰ ਇਹ ਨਹੀਂ ਕਿ ਵੀ ਅਸੀਂ ਆਪਣੀ ਮੁਕਤੀ ਗਵਾ ਦੇਵਾਂਗੇ। ਜਿਵੇਂ ਇੱਕ ਪਿਤਾ ਵੈ, ਆਪਣੇ ਪੁੱਤਰ, ਜੇ ਉਹਦਾ ਕੋਈ ਪੁੱਤਰ ਗਲਤ ਕੰਮ ਕਰਦਾ ਵਾ ਤੇ ਪਿਤਾ ਪਰਮੇਸ਼ਰ ਉਹਨੂੰ ਅਨੁਸ਼ਾਸਿਤ ਵੀ ਕਰਦਾ ਵਾ, ਉਹ ਸਾਨੂੰ ਅਨੁਸ਼ਾਸਿਤ ਕਰਦਾ ਵਾ। ਪਰਮੇਸ਼ਰ ਸਾਨੂੰ ਇਹ ਦੱਸਦਾ ਵਾ ਵੀ ਕਿ ਇਹ ਸਹੀ ਨਹੀਂ ਹੈਗਾ, ਇਹ ਗਲਤ ਹੈਗਾ ਵਾ। ਤੇ ਪਰ ਇਹ ਨਹੀਂ ਕਿ ਵੀ ਉਹ ਜਿਹੜਾ ਪਿਤਾ ਆਪਣੇ ਬੱਚੇ ਨੂੰ ਅਨੁਸ਼ਾਸਿਤ ਕਰਦਾ ਵਾ
ਉਹ ਆਪਣੀ ਆਇਡੈਂਟੀਟੀ ਉਹਦੇ ਤੋਂ ਲੈ ਲਊਗਾ ਕਿ ਵੀ ਇਹ ਮੇਰਾ ਪੁੱਤਰ ਹੀ ਨਹੀਂ ਹੈਗਾ ਗਾ। ਪ੍ਰਭੂ ਪਰਮੇਸ਼ਰ ਨੇ ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ। ਉਹ ਸਾਡਾ ਜਿਹੜਾ ਹੱਕ ਹੈਗਾ ਉਹਨੇ ਸਾਨੂੰ ਦੇ ਦਿੱਤਾ ਹੈਗਾ ਵਾ, ਤੇ ਉਹ ਸਾਡੇ ਕੋਲੋਂ ਜਿਹੜੀ ਚੀਜ਼ ਪ੍ਰਭੂ ਪਰਮੇਸ਼ਰ ਦੇ ਦਿੰਦਾ ਨਾ ਉਹ ਵਾਪਸ ਨਹੀਂ ਲੈਂਦਾ ਹੈਗਾ। ਇਹ ਅਸੀਂ ਭਾਵੇਂ ਹੋਈਏ ਕਿ ਅਸੀਂ ਪਿੱਛੇ ਹਟ ਜਾਈਏ, ਪਰ ਪ੍ਰਭੂ ਪਰਮੇਸ਼ਰ ਨਹੀਂ ਪਿੱਛੇ ਹਟਦਾ ਗਾ। ਉਹਦੇ ਜਿਹੜੇ ਕਹੇ ਹੋਏ ਬੋਲ ਹੈਗੇ ਆ ਉਹ ਹਮੇਸ਼ਾ ਸੱਚੇ ਰਹਿੰਦੇ ਆ, ਹਮੇਸ਼ਾ ਸੱਚੇ ਸੀਗੇ, ਹੈਗੇ ਆ ਤੇ ਹਮੇਸ਼ਾ ਹੀ ਰਹਿਣਗੇ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਇਫੀਜੀਅਨ ਦਾ ਮੈਂ ਪੜੂੰਗੀ ਕਿ ਵੀ ਸੈਕਿੰਡ ਚੈਪਟਰ, Ephesians 2nd chapter 4 to 10. ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਸਦਾ ਪਿਆਰ ਕਿੰਨਾ ਮਹਾਨ ਹੈ। ਅਸੀਂ ਤਾਂ ਆਪਣੇ ਅਪਰਾਧਾਂ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ, ਪਰ ਉਸਨੇ ਸਾਨੂੰ ਮਸੀਹ ਦੀ ਸੰਗਤ ਵਿੱਚ ਫਿਰ ਜਿੰਦਾ ਕਰ ਦਿੱਤਾ ਹੈ। ਪਰਮੇਸ਼ਵਰ ਦੀ ਕਿਰਪਾ ਦੇ ਸਦਕੇ ਹੀ ਤੁਸੀਂ ਬਚਾਏ ਗਏ ਹੋ। ਮਸੀਹ ਯਿਸੂ ਦੀ ਸੰਗਤ ਕਾਰਨ ਹੀ ਪਰਮੇਸ਼ਰ ਨੇ ਸਾਨੂੰ ਉਸਦੇ ਨਾਲ ਜਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। ਉਸਨੇ ਇਹ ਇਸ ਲਈ ਕੀਤਾ ਕਿ ਅੱਗੇ ਆਉਣ ਵਾਲੇ ਸਭ ਯੁਗਾਂ ਦੇ ਲੋਕਾਂ ਅਤੇ ਸਾਡੇ ਉੱਤੇ ਮਸੀਹ ਯਿਸੂ ਦੁਆਰਾ ਹੋਈ ਕਿਰਪਾ ਦੀ ਅਤ ਮਹਾਨਤਾ ਨੂੰ ਪ੍ਰਗਟ ਕਰੇ। ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ। ਇਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਰ ਦੀ ਦਾਤ ਹੈ। ਇਸ ਲਈ ਇਸ ਤੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਪਰਮੇਸ਼ਰ ਦੀ ਰਚਨਾ ਹਾਂ। ਉਸਨੇ ਸਾਨੂੰ ਮਸੀਹ ਯਿਸੂ ਦੇ ਦੁਆਰਾ ਰਚਿਆ ਕਿ ਅਸੀਂ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰੀਏ, ਜੋ ਉਸਨੇ ਪਹਿਲਾਂ ਹੀ ਸਾਡੇ ਕਰਨ ਲਈ ਠਹਿਰਾਇਆ ਹੈ। ਸੋ ਪ੍ਰਭੂ ਪਰਮੇਸ਼ਰ ਸਾਨੂੰ ਪਵਿੱਤਰ ਆਤਮਾ ਵੀ ਦਿੰਦਾ ਹੈ ਕਿ ਅਸੀਂ ਹਮੇਸ਼ਾ ਉਸੇ ਪਾਪ ਦੇ ਵਿੱਚ ਨਾ ਲੱਗੀ ਰਹੀਏ। ਉਹ ਸਾਨੂੰ ਗਾਈਡ ਕਰਦਾ ਵਾ ਕਿ ਵੀ ਸਾਡੇ ਲਈ ਕੀ ਸਹੀ ਹੈ, ਕੀ ਗਲਤ ਹੈਗਾ ਵਾ। ਇਸੇ ਲਈ ਸਾਨੂੰ ਪਵਿੱਤਰ ਆਤਮਾ, ਕਿਉਂਕਿ ਪ੍ਰਭੂ ਪਰਮੇਸ਼ਰ ਨੂੰ ਸਾਡੇ ਸੁਭਾਅ ਦਾ ਪਤਾ ਵਾ। ਸਾਡੇ ਵਿੱਚ ਆਦਮ ਦਾ ਸੁਭਾਅ ਆ ਜਾਂਦਾ, ਸਾਡੇ ਵਿੱਚ ਘਿਰਨਾ ਆ ਜਾਂਦੀ ਹੈ, ਵੈਰ ਭਾਵਨਾ ਆ ਜਾਂਦੀ ਹੈਗੀ ਹੈ, ਚੋਰੀ, ਲਾਲਸਾ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਹੈਗੀਆਂ ਨੇ। ਤੇ ਪਰ ਪ੍ਰਭੂ ਪਰਮੇਸ਼ਰ ਨੂੰ ਸਾਡਾ ਪਤਾ ਹੈਗਾ, ਇਸ ਲਈ ਉਹਨੇ ਸਾਨੂੰ ਮਦਦਗਾਰ ਵੀ ਦਿੱਤਾ ਹੈਗਾ ਵਾ, ਤਾਂ ਕਿ ਅਸੀਂ ਉਸ ਮਦਦਗਾਰ ਦੇ ਨਾਲ ਰਲ ਕੇ ਅਸੀਂ ਭਲਾ ਜੀਵਨ ਗੁਜ਼ਾਰ ਸਕੀਏ। ਇੱਕ ਹੋਰ ਗੱਲ ਇੱਥੇ ਹੈਗੀ ਹੈ ਕਿ यूहन्ना ਦਾ ਫਸਟ ਵਾਲਾ ਆਪਾਂ ਪੜ੍ਹਦੇ ਹਾਂ, 1 John 1 1 John 1st chapter verse 8 to 10। ਇਸ ਤਰ੍ਹਾਂ ਜੇਕਰ ਅਸੀਂ ਕਹਿੰਦੇ ਹਾਂ, ਇਹ ਜਿਹੜਾ ਇਹ ਜੌਨ ਹੈਗਾ, ਇਹ ਵਿਸ਼ਵਾਸੀਆਂ ਨੂੰ ਲਿਖ ਰਿਹਾ ਹੈ ਇੱਥੇ। ਸੋ ਕਹਿ ਰਹੇ ਕਿ ਇਸ ਤਰ੍ਹਾਂ ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਪ ਰਹਿਤ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਅਤੇ ਸੱਚਾਈ ਤੋਂ ਰਹਿਤ ਹੁੰਦੇ ਹਾਂ। ਪਰ ਹਾਂ, ਜੇਕਰ ਅਸੀਂ ਇਸ ਦੇ ਉਲਟ ਆਪਣੇ ਪਾਪਾਂ ਨੂੰ ਮੰਨਦੇ ਹਾਂ, ਤਾਂ ਉਹ ਸਾਨੂੰ ਮਾਫ ਕਰੇਗਾ ਅਤੇ ਸਾਨੂੰ ਸਾਡੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਵੀ ਕਰੇਗਾ। ਉਹ ਇਸ ਸੰਬੰਧੀ ਪੂਰਨ ਭਰੋਸੇਯੋਗ ਅਤੇ ਨਿਆਂ ਕਰਨ ਵਾਲਾ ਹੈ। ਪਰ ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਕੋਈ ਪਾਪ ਨਹੀਂ ਕੀਤਾ, ਤਾਂ ਅਸੀਂ ਉਸ ਨੂੰ ਝੂਠਾ ਠਹਿਰਾਉਂਦੇ ਅਤੇ ਉਸ ਦੇ ਸ਼ਬਦ ਤੋਂ ਰਹਿਤ ਠਹਿਰਦੇ ਹਾਂ। ਸੋ ਜਿਹੜੇ ਇਹ ਵਿਸ਼ਵਾਸੀਆਂ ਨੂੰ ਕਹਿ ਰਹੇ ਆ, ਮਤਲਬ ਕਿ ਅਸੀਂ ਇਹ ਨਹੀਂ ਕਿ ਵੀ ਅਸੀਂ ਪ੍ਰਭੂ ਪਰਮੇਸ਼ਰ ਨੂੰ ਜਦੋਂ ਅਸੀਂ ਕਬੂਲ ਕਰ ਲੈਂਦੇ ਹਾਂ, ਅਸੀਂ ਫਿਰ ਵੀ ਇੱਥੇ ਕਹਿ ਰਹੇ ਕਿ ਅਸੀਂ ਪਾਪੀ ਹਾਂ। ਜੇ ਅਸੀਂ ਕਹਿੰਦੇ ਨਾ ਵੀ ਅਸੀਂ ਪਾਪ ਨਹੀਂ ਕੀਤਾ, ਤਾਂ ਅਸੀਂ ਪ੍ਰਭੂ ਪਰਮੇਸ਼ਰ ਨੂੰ ਇੱਥੇ ਝੂਠਾ ਠਹਿਰਾਉਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਜਿਵੇਂ ਰੋਮਨਸ ਦੇ ਵਿੱਚ ਪੌਲ ਨੇ ਲਿਖਿਆ ਹੈਗਾ, ਪੌਲੁਸ ਨੇ, ਕਿ ਜਿਵੇਂ ਪਰਮੇਸ਼ਰ ਦੀ ਕਿਰਪਾ ਵੱਧਦੀ ਜਾਂਦੀ ਹੈਗੀ ਹੈ ਤੇ ਕੀ ਅਸੀਂ ਪਾਪ ਵੀ ਕਰਦੇ ਰਹੀਏ। ਨਿਰਸੰਦੇਹ ਨਹੀਂ, ਸਾਨੂੰ ਕੋਈ ਲਾਇਸੈਂਸ ਨਹੀਂ ਦਿੱਤਾ ਗਿਆ ਹੈਗਾ ਵੀ ਪਾਪ ਹੀ ਕਰੀ ਜਾਈਏ ਅਸੀਂ। ਪਰ ਪ੍ਰਭੂ ਪਰਮੇਸ਼ਰ ਜਦੋਂ ਉਹ ਆਪਾਂ ਨੂੰ ਆਪਣਾ ਆਤਮਾ ਦੇ ਦਿੰਦਾ ਨਾ, ਤਾਂ ਸਾਡੇ ਅੰਦਰ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿੰਦੀਆਂ। ਪੁਰਾਣਾ ਜਿਹੜਾ ਹੈਗਾ ਖਤਮ ਹੋ ਗਿਆ ਤੇ ਅਸੀਂ ਨਵਾਂ ਜੀਵਨ ਪ੍ਰਾਪਤ ਕਰਦੇ ਹਾਂ।
ਤਾਂ ਇਹ ਨਹੀਂ ਕਿ ਅਸੀਂ ਉਸੇ ਵੇਲੇ ਹੀ ਅਸੀਂ ਸੰਤ ਮਹਾਤਮਾ ਬਣ ਜਾਣਾ ਹੈਗਾ, ਬਣ ਜਾਂਦੇ ਹਾਂ। ਪਰ ਜਦੋਂ ਕੋਈ ਗਲਤ ਚੀਜ਼ ਹੁੰਦੀ ਹੈ ਨਾ, ਉਹ ਆਤਮਾ ਸਾਨੂੰ ਅੰਦਰੋਂ ਕੁਰੇਦਦਾ ਹੈ ਕਿ ਇਹ ਗਲਤ ਹੋ ਰਿਹਾ ਹੈ। ਅਸੀਂ ਉਸ ਚੀਜ਼ ਦੇ ਵਿੱਚ ਨਿਰੰਤਰ ਨਹੀਂ ਲੱਗੇ ਰਵਾਂਗੇ, ਅਸੀਂ ਉਸ ਚੀਜ਼ ਨੂੰ ਬਾਰ-ਬਾਰ ਨਹੀਂ ਕਰਦੇ ਰਵਾਂਗੇ। ਤੇ ਜੇ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਉਸ ਚੀਜ਼ ਨੂੰ ਬਾਰ-ਬਾਰ ਕਰੀ ਜਾਂਦੇ ਹਾਂ ਤੇ ਕਰਦੇ ਰਹਿੰਦੇ, ਸਾਡੇ ਵਿੱਚ ਕੋਈ ਚੇਂਜ ਨਹੀਂ ਹੈਗੀ, ਕਿ ਫਿਰ ਇੱਥੇ ਆਪਾਂ ਨੂੰ ਇਹ ਕੁਐਸਚਨ ਕਰਨ ਦੀ ਲੋੜ ਹੈ ਕਿ ਕੀ ਸਾਨੂੰ ਮੁਕਤੀ ਮਿਲ ਵੀ ਚੁੱਕੀ ਹੈ ਕਿ ਨਹੀਂ, ਕੀ ਸਾਡਾ ਉਧਾਰ ਹੋ ਗਿਆ ਵਾ, ਕਿ ਸਾਲਵੇਸ਼ਨ ਸਾਨੂੰ ਮਿਲੀ ਵੀ ਹੈ ਕਿ ਨਹੀਂ। ਸੋ ਇਹ ਸੋਚਣ ਦੀ ਲੋੜ ਹੈ। ਪਰ ਜਦੋਂ ਇੱਕ ਵਾਰੀ ਆਪਾਂ ਨੂੰ, ਜੇ ਆਪਾਂ ਸੱਚੇ ਮਨ ਨਾਲ ਵਿਸ਼ਵਾਸ ਕਰ ਲੈਂਦੇ ਹਾਂ ਨਾ, ਤਾਂ ਸਾਨੂੰ ਸੱਚਮੁੱਚ ਮੁਕਤੀ ਮਿਲਦੀ ਹੈ ਤੇ ਅਸੀਂ ਉਸ ਚੀਜ਼ਾਂ ਦੇ ਵਿੱਚ ਬਾਰ-ਬਾਰ ਨਿਰੰਤਰ ਲੱਗੇ ਨਹੀਂ ਰਵਾਂਗੇ। ਪ੍ਰਭੂ ਪਰਮੇਸ਼ਰ ਇਹ ਪ੍ਰੋਸੈਸ ਹੈਗਾ ਜਿਹੜਾ ਸਾਡੇ ਅੰਦਰ ਹੌਲੀ ਹੌਲੀ ਜਿਹੜਾ ਚੱਲਦਾ ਰਹਿੰਦਾ ਹੈਗਾ ਸੈਂਕਟੀਫਿਕੇਸ਼ਨ ਦਾ। ਪ੍ਰਭੂ ਸਾਨੂੰ ਉਹ ਪੁਰਾਣੇ ਵਾਲੇ ਬੰਦੇ ਨਹੀਂ ਰਹਿਣ ਦਿੰਦਾ ਗਾ, ਹੌਲੀ ਹੌਲੀ ਸਾਨੂੰ ਉਹ ਬਦਲਦਾ ਰਹਿੰਦਾ ਹੈਗਾ। ਸੋ ਇਹਦੇ ਵਿੱਚ ਆਪਾਂ ਘਬਰਾਈਏ ਨਾ, ਸਾਡੀ ਮੁਕਤੀ ਨਹੀਂ ਕਿਤੇ ਜਾਊਗੀ। ਪਰ ਇਹ ਨਹੀਂ ਹੈਗਾ ਕਿ ਪ੍ਰੌਲ ਦੇ ਕਹਿਣ ਵਾਂਗੂ ਕਿ ਸਾਨੂੰ ਲਾਇਸੈਂਸ ਨਹੀਂ ਮਿਲ ਗਿਆ ਕਿ ਅਸੀਂ ਪਾਪ ਕਰੀ ਹੋਈ ਜਾਈਏ। ਤੇ ਮੈਂ ਆਪਣੀ ਡਿਵੋਸ਼ਨ ਦਾ ਐਂਡ ਇੱਕ ਹੋਰ ਲਾਸਟ ਇਬਰਾਨੀਆਂ ਦੇ 4th ਚੈਪਟਰ ਦੇ ਨਾਲ ਕਰਨਾ ਚਾਹੂੰਗੀ। 4th ਚੈਪਟਰ, Hebrews chapter 4 verse 14 to 16। ਇਸ ਲਈ ਕਿਉਂਕਿ ਸਾਡਾ ਇੱਕ ਮਹਾਨ ਮਹਾਪੁਰੋਹਿਤ ਹੈ ਜੋ ਅਸਮਾਨਾਂ ਤੋਂ ਪਾਰ ਗਿਆ ਹੈ, ਅਰਥਾਤ ਪਰਮੇਸ਼ਰ ਦਾ ਪੁੱਤਰ ਯਿਸੂ। ਸਾਡਾ ਮਹਾਪੁਰੋਹਿਤ ਇਹੋ ਜਿਹਾ ਨਹੀਂ ਹੈ ਜੋ ਸਾਡੇ ਨਾਲ ਸਾਡੀਆਂ ਕਮਜ਼ੋਰੀਆਂ ਵਿੱਚ ਹਮਦਰਦੀ ਨਾ ਕਰ ਸਕੇ, ਕਿਉਂਕਿ ਉਹ ਆਪ ਵੀ ਸਾਡੇ ਵਾਂਗ ਹਰ ਗੱਲ ਵਿੱਚ ਪਰਖਿਆ ਗਿਆ, ਪਰ ਉਹ ਫਿਰ ਵੀ ਨਿਰਦੋਸ਼ ਰਿਹਾ। ਇਸ ਲਈ ਆਓ ਅਸੀਂ ਭਰੋਸੇ ਦੇ ਨਾਲ ਕਿਰਪਾ ਦੇ ਸਿੰਘਾਸਨ ਦੇ ਨੇੜੇ ਚੱਲੀਏ ਕਿ ਅਸੀਂ ਲੋੜ ਸਮੇਂ ਦਇਆ ਅਤੇ ਉਸ ਦੀ ਕਿਰਪਾ ਦੁਆਰਾ ਮਦਦ ਪ੍ਰਾਪਤ ਕਰੀਏ। ਸੋ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਡਰੀਏ ਨਾ ਤੇ ਭਰੋਸੇ ਦੇ ਨਾਲ ਅਸੀਂ ਕਿਰਪਾ ਦੇ ਸਿੰਘਾਸਨ ਦੇ ਨੇੜੇ ਚੱਲੀਏ। ਤੇ ਅਸੀਂ ਜਿਹੜੇ, ਕਿਉਂਕਿ ਪਰਮੇਸ਼ਰ ਜਿਹੜਾ ਹੈਗਾ ਵਾ ਉਹ ਸਾਡੀਆਂ ਕਮਜ਼ੋਰੀਆਂ ਕਮੀਆਂ ਨੂੰ ਜਾਣਦਾ ਵਾ ਤੇ ਉਹ ਸਾਡੀ ਇਹਨਾਂ ਵਿੱਚ ਮਦਦ ਕਰੂਗਾ ਕਿ ਅਸੀਂ ਪਾਪ ਰਹਿਤ ਜੀਵਨ ਬਤੀਤ ਕਰ ਸਕੀਏ। ਥੈਂਕ ਯੂ।